ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਚ। ਅੱਜ ਸਵੇਰੇ ਜਦੋਂ ਮੈਂ ਉੱਠੀ ਤਾਂ ਮੇਰੀ ਮਾਂ ਮੈਨੂੰ ਆਖਣ ਲੱਗੀ ਕਿ ਜਾ ਕੇ ਨਹਾ ਲੈ, ਘਰੇ ਮਹਿਮਾਨ ਆ ਰਹੇ ਹਨ। ਮੈਂ ਆਪਣੀ ਮਾਂ ਨੂੰ ਹੈਰਾਨੀ ਨਾਲ ਪੁੱਛਿਆ ਕਿ ਕੌਣ ਮਹਿਮਾਨ, ਕਿਉਂਕਿ ਮੈਂ ਅੱਜ ਤੱਕ ਆਪਣੇ ਘਰ 'ਚ ਕਿਸੇ ਮਹਿਮਾਨ ਨੂੰ ਆਉਂਦੇ ਜਾਂਦੇ ਨਹੀਂ ਦੇਖਿਆ ਸੀ। ਸਾਡੀ ਗਰੀਬੀ ਕਾਰਨ ਸਾਡੇ ਘਰ ਕੋਈ ਵੀ ਰਿਸ਼ਤੇਦਾਰ ਆਉਣਾ ਨਹੀਂ ਚਾਹੁੰਦਾ ਸੀ। ਇਸ ਲਈ ਮਾਂ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਤੇ ਮੈਂ ਮਾਂ ਤੋਂ ਪੁੱਛਿਆ ਕਿ ਕੌਣ ਆ ਰਿਹਾ ਹੈ। ਮਾਂ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਉਹਨਾਂ ਤੋਂ ਗੁੱਸੇ 'ਚ ਪੁੱਛਿਆ ਕਿ ਦੱਸੋ ਨਾ ਮਾਂ, ਕੌਣ ਆ ਰਿਹਾ ਹੈ। ਮਾਂ ਨੇ ਮੈਨੂੰ ਕਿਹਾ ਕਿ ਤੇਰੀ ਚਾਚੀ ਆ ਰਹੀ ਹੈ। ਹੁਣ ਆ ਗਿਆ ਚੈਨ, ਹੁਣ ਜਾ ਕੇ ਨਹਾ ਲੈ, ਉਸ ਤੋਂ ਬਾਅਦ ਤੂੰ ਪਾਰਲਰ ਵੀ ਜਾਣਾ ਹੈ। ਮੈਂ ਹੈਰਾਨ ਹੋ ਕੇ ਮਾਂ ਨੂੰ ਕਿਹਾ ਕਿ ਪਾਰਲਰ ਕਿਸ ਖੁਸ਼ੀ ਜਾਣਾ ਹੈ। ਜੇਕਰ ਚਾਚੀ ਇਸ ਇਰਾਦੇ ਨਾਲ ਆ ਰਹੀ ਹੈ ਕਿ ਉਹ ਮੇਰਾ ਵਿਆਹ ਆਪਣੇ ਭਰਾ ਨਾਲ ਕਰਵਾ ਦੇਵੇਗੀ ਤਾਂ ਤੁਸੀਂ ਮੇਰੀ ਗੱਲ ਸੁਣ ਲਓ, ਮੈਂ ਬਿਲਕੁਲ ਵੀ ਉਸਦੇ ਭਰਾ ਨਾਲ ਵਿਆਹ ਨਹੀਂ ਕਰਾਵਾਂਗੀ। ਮੈਂ ਇਹ ਗੱਲ ਮਾਂ ਨੂੰ ਕਹਿ ਦਿੱਤੀ ਤਾਂ ਮਾਂ ਨੇ ਵੀ ਮੈਨੂੰ ਝਿੜਕ ਕੇ ਜਵਾਬ ਦਿੱਤਾ, ਕਹਿਣ ਲੱਗੀ ਕਿ ਆਪਣਾ ਦਿਮਾਗ ਚਲਾਉਣ ਦੀ ਲੋੜ ਨਹੀਂ ਹੈ, ਜਾ ਕੇ ਨਹਾ ਲੈ। ਮੈਂ ਨਹਾਉਣ ਚਲੀ ਗਈ। ਜਦੋਂ ਮੈਂ ਨਹਾ ਕੇ ਵਾਪਸ ਆਈ ਤਾਂ ਆਪਣਾ ਹੀ ਘਰ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਅੱਜ ਤਾਂ ਸਾਡਾ ਘਰ ਚਮਕ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਆਪਣੇ ਘਰ 'ਚ ਕਦੇ ਅਜਿਹੀ ਸਾਫ਼ ਸਫਾਈ ਹੁੰਦੇ ਨਹੀਂ ਦੇਖੀ ਸੀ। ਅੱਜ ਪਹਿਲੀ ਵਾਰ ਮੈਂ ਆਪਣੇ ਘਰ ਨੂੰ ਇੰਨਾ ਸਾਫ਼ ਦੇਖਿਆ, ਨਹੀਂ ਤਾਂ ਹਰ ਪਾਸੇ ਗੰਦਗੀ ਹੀ ਰਹਿੰਦੀ ਸੀ, ਕਿਉਂਕਿ ਮਾਂ ਦੀ ਤਬੀਅਤ ਖਰਾਬ ਰਹਿੰਦੀ ਸੀ ਤੇ ਮੇਰੇ ਤੋਂ ਜਿੰਨੀ ਸਫਾਈ ਹੁੰਦੀ ਸੀ ਮੈਂ ਕਰ ਦਿੰਦੀ ਸੀ। ਮਾਂ ਨੇ ਵੀ ਮੈਨੂੰ ਕਦੇ ਸਾਫ਼ ਸਫਾਈ ਕਰਨ ਨੂੰ ਨਹੀਂ ਕਿਹਾ ਸੀ, ਪਰ ਅੱਜ ਮੈਨੂੰ ਆਪਣਾ ਘਰ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਸੀ। ਘਰ 'ਚ ਇੱਕ ਸਕੂਨ ਜਿਹਾ ਲੱਗ ਰਿਹਾ ਸੀ। ਮੈਂ ਰਸੋਈ 'ਚ ਗਈ ਤਾਂ ਮਾਂ ਖਾਣਾ ਬਣਾ ਰਹੀ ਸੀ। ਮੈਂ ਮਾਂ ਨੂੰ ਪੁੱਛਿਆ ਕਿ ਮਾਂ ਸੱਚ ਦੱਸੋ, ਇੰਨੀਆਂ ਤਿਆਰੀਆਂ ਕਿਸ ਲਈ ਕਰ ਰਹੀ ਹੋ, ਆਖਰ ਗੱਲ ਕੀ ਹੈ। ਤਾਂ ਮਾਂ ਨੇ ਮੈਨੂੰ ਦੱਸਿਆ ਕਿ ਤੇਰੀ ਚਾਚੀ ਆ ਰਹੀ ਹੈ ਤੇ ਉਹਨਾਂ ਨੇ ਪੈਸੇ ਵੀ ਭੇਜੇ ਹਨ ਤੇ ਕਿਹਾ ਹੈ ਕਿ ਤੈਨੂੰ ਚੰਗੀ ਤਰ੍ਹਾਂ ਪਾਰਲਰ ਤੋਂ ਤਿਆਰ ਕਰਵਾ ਲਵਾਂ। ਹੋ ਸਕਦਾ ਹੈ ਉਹ ਤੇਰੇ ਲਈ ਕੋਈ ਰਿਸ਼ਤਾ ਲੈ ਕੇ ਆ ਰਹੀ ਹੈ। ਫਿਰ ਮਾਂ ਕਹਿਣ ਲੱਗੀ, ਚਲੋ ਚੰਗਾ ਹੈ, ਕਿਸੇ ਨੂੰ ਤਾਂ ਸਾਡਾ ਖਿਆਲ ਆਇਆ, ਨਹੀਂ ਤਾਂ ਤੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਤਾਂ ਮੇਰੇ ਸਹੁਰੇ ਵਾਲਿਆਂ ਨੇ ਮੈਨੂੰ ਕੱਢ ਹੀ ਦਿੱਤਾ ਸੀ ਤੇ ਮੈਂ ਤੇਰੇ ਨਾਨਾ ਦੇ ਘਰ ਵੀ ਨਹੀਂ ਜਾ ਸਕਦੀ ਸੀ, ਕਿਉਂਕਿ ਉਹ ਤਾਂ ਖੁਦ ਆਪਣੇ ਬੇਟਿਆਂ ਦੇ ਸਹਾਰੇ ਸਨ। ਤੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਬਹੁਤ ਮੁਸ਼ਕਿਲਾਂ ਸਮਾਂ ਬਤੀਤ ਕੀਤਾ ਹੈ, ਪਰ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਭਗਵਾਨ ਨੇ ਸਾਡਾ ਲਈ ਤੇਰੀ ਚਾਚੀ ਨੂੰ ਸਹਾਰਾ ਬਣਾ ਕੇ ਭੇਜਿਆ ਹੈ। ਤੂੰ ਹੁਣ ਆਪਣੀ ਚਾਚੀ ਸਾਹਮਣੇ ਚੰਗੀ ਤਰ੍ਹਾਂ ਰਹੀਂ, ਕੋਈ ਗੜਬੜ ਨਾ ਕਰੀ। ਮੈਂ ਕਿਹਾ ਕਿ ਠੀਕ ਹੈ। ਇੰਨੀ ਦੇਰ 'ਚ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਦੇਖਣ ਗਈ ਤਾਂ ਮੁਹੱਲੇ ਦੀ ਇੱਕ ਔਰਤ ਆਪਣੇ ਕੱਪੜੇ ਦੇਣ ਆਈ ਸੀ। ਮਾਂ ਨੇ ਉਸ ਨੂੰ ਮਨਾ ਕਰ ਦਿੱਤਾ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਹਨ, ਅੱਜ ਉਹ ਕੱਪੜੇ ਨਹੀਂ ਸਿਉਂ ਸਕਦੀ, ਤੁਸੀਂ ਕੱਲ੍ਹ ਆ ਜਾਣਾ। ਮਾਂ ਨੇ ਮੈਨੂੰ ਪੈਸੇ ਦਿੱਤੇ ਤੇ ਕਿਹਾ ਕਿ ਕਿਸੇ ਚੰਗੇ ਪਾਰਲਰ ਤੋਂ ਤਿਆਰ ਹੋ ਕੇ ਆ ਜਾ, ਤੇ ਨਹੀਂ ਕਹਿਣ ਲੱਗੀ ਕਿ ਆਪਣੇ ਲਈ ਇੱਕ ਸੂਟ ਵੀ ਖਰੀਦ ਲਵੀਂ ਤੇ ਅੱਜ ਉਹੀ ਸੂਟ ਪਾਵੀਂ। ਮਾਂ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ, ਕਿਉਂਕਿ ਮੈਂ ਅੱਜ ਤੱਕ ਨਵਾਂ ਜੋੜਾ ਨਹੀਂ ਪਾਇਆ ਸੀ। ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਸਨ ਕਿ ਅਸੀਂ ਨਵੇਂ ਕੱਪੜੇ ਖਰੀਦ ਸਕੀਏ। ਕੋਈ ਰਿਸ਼ਤੇਦਾਰ ਵੀ ਸਾਨੂੰ ਆਪਣੇ ਘਰ ਜਾਂ ਵਿਆਹ 'ਤੇ ਨਹੀਂ ਬੁਲਾਉਂਦਾ ਸੀ ਕਿ ਮੈਂ ਉੱਥੇ ਤਿਆਰ ਹੋ ਕੇ ਜਾਵਾਂ। ਹੋਲੀ ਜਾਂ ਦੀਵਾਲੀ 'ਤੇ ਵੀ ਅਸੀਂ ਘਰ 'ਚ ਮਾਂ ਧੀ ਇਕੱਲੇ ਹੀ ਹੁੰਦੇ ਤੇ ਅਸੀਂ ਪੁਰਾਣੇ ਕੱਪੜਿਆਂ 'ਚੋਂ ਹੀ ਜੋ ਵਧੀਆ ਹੁੰਦੇ ਉਹੀ ਪਾ ਲੈਂਦੇ ਸੀ। ਅੱਜ ਮੈਂ ਖੁਸ਼ੀ ਆਪਣੀ ਸਹੇਲੀ ਨੂੰ ਬੁਲਾਇਆ ਤੇ ਉਸ ਨਾਲ ਬਾਜ਼ਾਰ ਚਲੀ ਗਈ, ਆਪਣੇ ਲਈ ਇੱਕ ਬਹੁਤ ਚੰਗਾ ਜੋੜਾ ਲਿਆ ਤੇ ਵਾਪਸੀ ਤੋਂ ਪਾਰਲਰ 'ਚ ਚਲੀ ਗਈ। ਪਾਰਲਰ ਵਾਲੀ ਵੀ ਮੈਨੂੰ ਜਾਣਦੀ ਸੀ, ਇਸ ਲਈ ਉਹ ਮੈਨੂੰ ਦੇਖ ਕੇ ਬੋਲੀ ਕਿ ਅੱਜ ਤੂੰ ਇੱਥੇ ਕਿਵੇਂ, ਤੂੰ ਤਾਂ ਕਦੇ ਕਿਤੇ ਨਹੀਂ ਜਾਂਦੀ, ਫਿਰ ਅੱਜ ਤੂੰ ਪਾਰਲਰ 'ਚ ਕਿਵੇਂ, ਕੀ ਕੋਈ ਖਾਸ ਮਾਮਲਾ ਹੈ। ਮੈਂ ਮੁਸਕਰਾ ਕੇ ਉਸ ਨੂੰ ਜਵਾਬ ਦਿੱਤਾ ਕਿ ਅਜਿਹਾ ਹੀ ਸਮਝ ਲੈ, ਬਸ ਤੂੰ ਮੈਨੂੰ ਜਲਦੀ ਨਾਲ ਚੰਗੀ ਤਰ੍ਹਾਂ ਤਿਆਰ ਕਰ ਦੇ, ਫਿਰ ਮੈਂ ਜਲਦੀ ਘਰ ਜਾਣਾ ਹੈ। ਤਿਆਰ ਹੋਣ ਤੋਂ ਬਾਅਦ ਜਦੋਂ ਮੈਂ ਖੁਦ ਨੂੰ ਸ਼ੀਸ਼ੇ 'ਚ ਦੇਖਿਆ ਤਾਂ ਮੈਂ ਆਪਣੇ ਆਪ ਨੂੰ ਦੇਖਦੀ ਹੀ ਰਹਿ ਗਈ। ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਹ ਮੈਂ ਹਾਂ। ਮੈਂ ਸੋਚ ਰਹੀ ਸੀ ਕਿ ਇਹ ਉਹੀ ਸੁਪਨਾ ਹੈ ਜੋ 2-2 ਦਿਨ ਤੱਕ ਆਪਣਾ ਮੂੰਹ ਨਹੀਂ ਧੋਂਦੀ ਸੀ। ਕੋਈ ਵੀ ਦੇਖੇਗਾ ਤਾਂ ਵਿਸ਼ਵਾਸ ਨਹੀਂ ਕਰੇਗਾ। ਫਿਰ ਮੈਂ ਪਾਰਲਰ ਤੋਂ ਜਦੋਂ ਘਰ ਆਈ ਤਾਂ ਦੇਖਿਆ ਕਿ ਸਾਹਮਣੇ ਚਾਚੀ ਬੈਠੀ ਹੈ ਤੇ ਮਾਂ ਨਾਲ ਗੱਲਾਂ ਕਰ ਰਹੀ ਹੈ। ਮੈਂ ਉਹਨਾਂ ਕੋਲ ਗਈ ਤੇ ਉਹਨਾਂ ਦਾ ਆਸ਼ੀਰਵਾਦ ਲਿਆ। ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਉਹ ਵੀ ਦੇਖਦੀ ਹੀ ਰਹਿ ਗਈ ਅਤੇ ਕਹਿਣ ਲੱਗੀ ਕਿ ਦੇਖੋ ਤਾਂ ਕਿੰਨੀ ਵੱਡੀ ਹੋ ਗਈ ਹੈ ਤੇ ਕਿੰਨੀ ਸੋਹਣੀ ਵੀ, ਇਸ 'ਤੇ ਖੂਬ ਜਵਾਨੀ ਚੱਲ ਰਹੀ ਹੈ। ਬਚਪਨ 'ਚ ਕਿਵੇਂ ਦੋ ਗੁੱਤਾ ਕਰਕੇ ਘੁੰਮਦੀ ਰਹਿੰਦੀ ਸੀ ਤੇ ਹੁਣ ਕਿਵੇਂ ਨਿਖਾਰ ਆ ਰਿਹਾ ਹੈ। ਚਾਚੀ ਮੇਰੀਆਂ ਸਿਫਤਾਂ ਕਰਨ ਲੱਗੀ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ, ਪਰ ਚਾਚੀ ਸਿਰਫ ਇਕੱਲੀ ਹੀ ਸੀ, ਉਹਨਾਂ ਨਾਲ ਕੋਈ ਹੋਰ ਨਹੀਂ ਸੀ। ਮੈਂ ਸੋਚਣ ਲੱਗੀ ਕਿ ਜੇਕਰ ਚਾਚੀ ਇਕੱਲੀ ਆਈ ਹੈ ਤਾਂ ਉਹਨਾਂ ਨੇ ਮੈਨੂੰ ਇੰਨਾ ਤਿਆਰ ਕਿਉਂ ਕਰਵਾਇਆ, ਕਿਉਂ ਇੰਨੇ ਪੈਸੇ ਭੇਜੇ ਤੇ ਨਵਾਂ ਸੂਟ ਦਿਵਾਇਆ। ਫਿਰ ਮੈਂ ਸੋਚਿਆ ਕਿ ਖੈਰ ਛੱਡੋ,
ਮੈਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਕੀ, ਅੱਜ ਮੈਨੂੰ ਨਵਾਂ ਸੂਟ ਤੇ ਮੇਕਅਪ ਕਰਨ ਨੂੰ ਮਿਲ ਗਿਆ। ਮੇਰੇ ਲਈ ਇਹੀ ਬਹੁਤ ਹੈ। ਮੈਂ ਚਾਚੀ ਨਾਲ ਗੱਲਾਂ ਕਰਨ ਲੱਗੀ। ਰਾਤ ਦੇ ਖਾਣੇ ਦਾ ਸਮਾਂ ਹੋ ਗਿਆ ਸੀ। ਮਾਂ ਨੇ ਮੈਨੂੰ ਕਿਹਾ ਕਿ ਸਪਨਾ ਖਾਣਾ ਲਗਾ ਲੈ। ਮੈਂ ਖਾਣਾ ਲਗਾਉਣ ਉੱਠੀ ਤਾਂ ਚਾਚੀ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਕਹਿਣ ਲੱਗੀ ਕਿ ਸਪਨਾ ਇੰਨੀ ਚੰਗੀ ਤਿਆਰ ਹੋਈ ਹੈ, ਇੰਨਾ ਚੰਗਾ ਸੂਟ ਪਾਇਆ ਹੋਇਆ ਹੈ, ਇਸ ਤੋਂ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਹੈ। ਜੇਕਰ ਇਹ ਕੰਮ ਕਰੇਗੀ ਤਾਂ ਇਸ ਦਾ ਮੇਕਅਪ ਖਰਾਬ ਹੋ ਜਾਵੇਗਾ। ਮੈਂ ਤਾਂ ਪਹਿਲਾਂ ਤੋਂ ਹੀ ਕਾਮਚੋਰ ਸੀ। ਚਾਚੀ ਦੀ ਗੱਲ ਸੁਣ ਕੇ ਉਹਨਾਂ ਕੋਲ ਹੀ ਬੈਠ ਗਈ। ਮਾਂ ਨੇ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਿਆ ਤੇ ਫਿਰ ਖੁਦ ਹੀ ਖਾਣਾ ਲਗਾਉਣ ਗਈ। ਮੈਨੂੰ ਤਾਂ ਬਚਪਨ ਤੋਂ ਹੀ ਘਰ ਦੇ ਕੰਮਾਂ 'ਚ ਕੋਈ ਦਿਲਚਸਪੀ ਨਹੀਂ ਸੀ। ਮਾਂ ਹੀ ਸੀ ਜੋ ਕੰਮ ਕਰਦੀ ਸੀ। ਜੇਕਰ ਜ਼ਿਆਦਾ ਹੁੰਦਾ ਤਾਂ ਮੈਂ ਘਰ ਦੀ ਸਾਫ਼ ਸਫਾਈ ਕਰ ਦਿੰਦੀ ਸੀ। ਖਾਣਾ ਮਾਂ ਖੁਦ ਹੀ ਬਣਾ ਲੈਂਦੀ ਸੀ। ਮਾਂ ਘਰ 'ਚ ਹੀ ਸਿਲਾਈ ਦਾ ਕੰਮ ਕਰਦੀ ਸੀ। ਆਸ-ਪਾਸ ਦੇ ਲੋਕ ਮਾਂ ਤੋਂ ਹੀ ਆਪਣੇ ਕੱਪੜੇ ਸਵਾਉਂਦੇ ਸਨ ਤੇ ਮੈਂ ਵੀ ਉਹਨਾਂ ਦੀ ਥੋੜ੍ਹੀ ਬਹੁਤ ਮਦਦ ਕਰਦੀ ਸੀ। ਮੈਂ 10ਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਕਿਉਂਕਿ ਸਾਡੇ ਹਾਲਾਤ ਅਜਿਹੇ ਨਹੀਂ ਸਨ ਕਿ ਮੈਂ ਜ਼ਿਆਦਾ ਪੜ੍ਹ ਸਕਦੀ। ਬਚਪਨ 'ਚ ਤਾਂ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ ਤੇ ਪੜ੍ਹ ਲਿਖ ਕੇ ਮੈਂ ਕੁਝ ਬਣਨਾ ਚਾਹੁੰਦੀ ਸੀ। ਪਰ ਜਦੋਂ ਮੈਂ ਸਕੂਲ ਜਾਂਦੀ ਤਾਂ ਬੱਚੇ ਮੇਰਾ ਮਜ਼ਾਕ ਬਣਾਉਂਦੇ ਸਨ ਤੇ ਮੈਨੂੰ ਗਰੀਬ ਕਹਿੰਦੇ ਸਨ। ਸਕੂਲ 'ਚ ਮੇਰੇ ਨਾਲ ਕੋਈ ਦੋਸਤੀ ਕਰਨਾ ਵੀ ਪਸੰਦ ਨਹੀਂ ਕਰਦਾ ਸੀ। ਇਸ ਲਈ ਪੜ੍ਹਾਈ ਤੋਂ ਮਨ ਹਟ ਗਿਆ। ਮੇਰੇ ਪਿਤਾ ਜੀ ਕੋਲ ਕਾਫੀ ਚੰਗੀ ਜ਼ਮੀਨ ਜਾਇਦਾਦ ਸੀ, ਪਰ ਉਹਨਾਂ ਦੇ ਦੇਹਾਂਤ ਤੋਂ ਬਾਅਦ ਪਿਤਾ ਜੀ ਦੇ ਭਰਾ ਨੇ ਸਭ ਕੁਝ ਧੋਖੇ ਨਾਲ ਲੈ ਲਿਆ। ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਮਾਂ ਬਹੁਤ ਸਦਮੇ 'ਚ ਸੀ। ਇਸੇ ਗੱਲ ਦਾ ਫਾਇਦਾ ਉਠਾ ਕੇ ਮੇਰੇ ਪਿਤਾ ਜੀ ਦੇ ਵੱਡੇ ਭਰਾ ਨੇ ਮਾਂ ਤੋਂ ਸਾਰੇ ਕਾਗਜ਼ਾਂ ਤੇ ਝੂਠ ਬੋਲ ਕੇ ਅੰਗੂਠਾ ਲਗਵਾ ਲਿਆ ਤੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ। ਮਾਂ ਪੜ੍ਹੀ ਲਿਖੀ ਨਹੀਂ ਸੀ ਤੇ ਮੈਂ ਵੀ ਉਸ ਸਮੇਂ ਬਹੁਤ ਛੋਟੀ ਸੀ। ਕੁਝ ਦਿਨ ਤਾਂ ਉਹ ਸਾਡੇ ਨਾਲ ਠੀਕ ਰਹੇ, ਪਰ ਪਿਤਾ ਜੀ ਦੇ ਦੇਹਾਂਤ ਤੋਂ 1 ਮਹੀਨੇ ਬਾਅਦ ਉਹਨਾਂ ਨੇ ਸਾਨੂੰ ਘਰੋਂ ਜਾਣ ਲਈ ਕਹਿ ਦਿੱਤਾ। ਇਹ ਸੁਣ ਕੇ ਮਾਂ ਨੇ ਕਿਹਾ ਕਿ ਅਸੀਂ ਇਸ ਘਰੋਂ ਨਹੀਂ ਜਾਵਾਂਗੇ, ਇੱਥੇ ਸਾਡਾ ਹਿੱਸਾ ਹੈ। ਮਾਂ ਦੀ ਗੱਲ ਸੁਣ ਕੇ ਉਹ ਆਖਣ ਲੱਗੇ ਤੇ ਕਹਿਣ ਲੱਗੇ ਕਿ ਕਿਹੜਾ ਹਿੱਸਾ? ਉਹ ਤਾਂ ਤੂੰ ਖੁਦ ਆਪਣੀ ਮਰਜ਼ੀ ਨਾਲ ਮੇਰੇ ਨਾਂ ਕਰ ਦਿੱਤਾ ਹੈ। ਇਹ ਸੁਣਦੇ ਹੀ ਮੇਰੀ ਮਾਂ ਹੈਰਾਨੀ ਨਾਲ ਉਹਨਾਂ ਨੂੰ ਦੇਖਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਤਾਂ ਉਹਨਾਂ ਨੇ ਸਾਰੇ ਕਾਗਜ਼ ਕੱਢ ਕੇ ਦਿਖਾਏ। ਮੇਰੀ ਮਾਂ ਨੇ ਭੂਆ ਤੇ ਚਾਚੇ ਨਾਲ ਇਸ ਸੰਬੰਧੀ ਗੱਲ ਕੀਤੀ, ਪਰ ਕਿਸੇ ਨੇ ਵੀ ਮਾਂ ਦਾ ਸਾਥ ਨਾ ਦਿੱਤਾ। ਮਾਂ ਨੇ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਵਾਈ, ਪਰ ਪਿਤਾ ਦੇ ਵੱਡੇ ਭਰਾ ਨੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਆਪਣੇ ਵੱਲ ਕਰ ਲਿਆ। ਮੇਰੇ ਨਾਨਕੇ ਵਾਲਿਆਂ ਨੇ ਵੀ ਮਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਮੇਰੀ ਮਾਂ ਨੇ ਮੇਰੇ ਪਿਤਾ ਜੀ ਨਾਲ ਆਪਣੀ ਪਸੰਦ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਹੀ ਮੇਰੀ ਮਾਂ ਦੇ ਘਰ ਵਾਲਿਆਂ ਨੇ ਉਸ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸਨ। ਸਾਰਿਆਂ ਨੇ ਸਾਥੋਂ ਮੂੰਹ ਮੋੜ ਲਿਆ ਸੀ, ਕਿਸੇ ਨੇ ਵੀ ਸਾਥ ਨਾ ਦਿੱਤਾ। ਫਿਰ ਅਸੀਂ ਦੂਜੇ ਸ਼ਹਿਰ ਆ ਗਏ। ਇੱਥੇ ਮੇਰੇ ਪਿਤਾ ਜੀ ਦਾ ਇੱਕ ਘਰ ਸੀ ਜੋ ਮੇਰੀ ਮਾਂ ਦੇ ਨਾਂ ਸੀ ਤੇ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ। ਜੇਕਰ ਹੁੰਦਾ ਤਾਂ ਸ਼ਾਇਦ ਪਿਤਾ ਜੀ ਦਾ ਵੱਡਾ ਭਰਾ ਇਸ ਘਰ ਨੂੰ ਵੀ ਆਪਣੇ ਨਾਂ ਕਰਵਾ ਲੈਂਦਾ। ਇੱਥੇ ਆ ਕੇ ਮਾਂ ਨੇ 1-2 ਦਿਨ ਕੰਮ ਦੀ ਭਾਲ ਕੀਤੀ, ਪਰ ਕਿਤੇ ਕੰਮ ਨਾ ਮਿਲਿਆ। 3-4 ਦਿਨਾਂ ਬਾਅਦ ਮਾਂ ਨੂੰ ਇੱਕ ਘਰ 'ਚ ਸਫਾਈ ਦਾ ਕੰਮ ਮਿਲਿਆ। ਇਹ ਸੁਣ ਕੇ ਮੈਂ ਬਹੁਤ ਰੋਈ ਕਿਉਂਕਿ ਬਚਪਨ 'ਚ ਹੀ ਮੈਂ ਆਪਣੇ ਘਰ 'ਚ ਨੌਕਰਾਂ ਨੂੰ ਕੰਮ ਕਰਦੇ ਦੇਖਿਆ ਸੀ, ਪਰ ਅੱਜ ਹਾਲਾਤ ਇਹ ਸਨ ਕਿ ਮਾਂ ਜਿਸ ਨੇ ਕਦੇ ਘਰ ਦਾ ਕੰਮ ਨਹੀਂ ਕੀਤਾ ਸੀ, ਅੱਜ ਉਸ ਨੂੰ ਦੂਜਿਆਂ ਦੇ ਘਰ 'ਚ ਕੰਮ ਕਰਨਾ ਪੈ ਰਿਹਾ ਸੀ। ਪਰ ਮਾਂ ਨੂੰ ਕਿਸੇ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ। ਪਰ ਮਾਂ ਨੇ ਕਿਹਾ ਕਿ 1-2 ਦਿਨ ਇਹ ਕੰਮ ਕਰਕੇ ਗੁਜ਼ਾਰਾ ਕਰ ਲੈਂਦੇ ਹਾਂ, ਫਿਰ ਕੁਝ ਹੋਰ ਕੰਮ ਲੱਭ ਲਵਾਂਗੀ। ਪਰ ਮੈਂ ਜਿੱਦ ਕੀਤੀ ਤੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣ ਦਿਆਂਗੀ। ਮੇਰੇ ਜਿੱਦ ਕਰਨ ਕਰਕੇ ਮਾਂ ਨਹੀਂ ਗਈ ਤੇ ਸਾਰਾ ਦਿਨ ਘਰੇ ਹੀ ਰਹੀ। ਸ਼ਾਇਦ ਭਗਵਾਨ ਨੇ ਮੇਰੀ ਸੁਣ ਲਈ ਤੇ ਉਸੇ ਦਿਨ ਸਾਡੇ ਗੁਆਂਢ ਦੀ ਇੱਕ ਆਂਟੀ ਮਾਂ ਕੋਲ ਆਪਣੇ ਕੱਪੜੇ ਸਵਾਉਣ ਆ ਗਈ। ਹੁਣ ਮਾਂ ਨੇ ਮਜਬੂਰੀ 'ਚ ਤੇ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਦੇ ਕੱਪੜੇ ਸਿਉਂ ਕੇ ਦੇ ਦਿੱਤੇ। ਸਿਲਾਈ ਦੇ ਪੈਸਿਆਂ ਨਾਲ ਮਾਂ ਘਰ ਦਾ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ। ਰਾਤ ਨੂੰ ਸੌਣ ਵੇਲੇ ਮਾਂ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ, ਹੁਣ ਸਾਡਾ ਕੋਈ ਹੋਰ ਸਹਾਰਾ ਨਹੀਂ ਹੈ। ਮੈਨੂੰ ਖੁਦ ਹੀ ਘਰੋਂ ਬਾਹਰ ਕਮਾਉਣ ਲਈ ਜਾਣਾ ਪਵੇਗਾ ਤੇ ਤੂੰ ਜੇਕਰ ਇਸ ਤਰ੍ਹਾਂ ਹੀ ਕਰੇਂਗੀ ਤਾਂ ਮੈਂ ਕੰਮ ਨਹੀਂ ਕਰ ਸਕਾਂਗੀ ਤੇ ਸਾਡੇ ਕੋਲ ਖਾਣ ਲਈ ਕਿੱਥੋਂ ਆਵੇਗਾ। ਮੈਂ ਮਾਂ ਦੀ ਗੱਲ ਸਮਝ ਗਈ ਸੀ। ਫਿਰ ਅਗਲੇ ਦਿਨ ਉਹੀ ਆਂਟੀ ਆਈ ਤੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੱਪੜੇ ਸਿਉਂਦੇ ਹੋ, ਮੈਂ ਤੁਹਾਡੇ ਤੋਂ ਹੀ ਕੰਮ ਕਰਵਾਵਾਂਗੀ। ਇਸ ਤਰ੍ਹਾਂ ਹੌਲੀ-ਹੌਲੀ ਸਾਡੇ ਮੁਹੱਲੇ ਦੇ ਲੋਕ ਮਾਂ ਕੋਲੋਂ ਕੰਮ ਕਰਵਾਉਣ ਲੱਗੇ। ਮੇਰੀ 10ਵੀਂ ਕਰਨ ਤੋਂ ਬਾਅਦ ਹੀ ਚਾਚੀ ਨੇ ਸਾਡੇ ਘਰ ਆਉਣਾ ਸ਼ੁਰੂ ਕੀਤਾ ਸੀ। ਇਹ ਸਾਡੇ ਲਈ ਬਹੁਤ ਹੈਰਾਨੀ ਦੀ ਗੱਲ ਸੀ। ਮਾਂ ਨੂੰ ਤਾਂ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਕੋਈ ਉਹਨਾਂ ਨੂੰ ਦੇਖਣ ਵੀ ਆਵੇਗਾ, ਪਰ ਹੁਣ ਚਾਚੀ ਸਾਡੇ ਘਰ ਆ ਗਈ ਸੀ। ਖੈਰ, ਰਾਤ ਖਾਣੇ ਤੋਂ ਬਾਅਦ ਮਾਂ ਨੇ ਚਾਚੀ ਦਾ ਬਿਸਤਰਾ ਦੂਜੇ ਕਮਰੇ 'ਚ ਲਗਾ ਦਿੱਤਾ। ਮੈਂ ਤਾਂ
ਚਾਚੀ ਕੋਲ ਹੀ ਬੈਠੀ ਰਹੀ। ਉਹਨਾਂ ਨੇ ਵੀ ਮੈਨੂੰ ਆਪਣੇ ਕੋਲ ਉੱਠਣ ਨਹੀਂ ਦਿੱਤਾ ਸੀ। ਰਾਤ ਨੂੰ ਜਦੋਂ ਸੌਣ ਦਾ ਸਮਾਂ ਹੋਇਆ ਤਾਂ ਮਾਂ ਨੇ ਚਾਚੀ ਨੂੰ ਕਿਹਾ ਕਿ ਮੈਂ ਤੁਹਾਡਾ ਬਿਸਤਰਾ ਦੂਜੇ ਕਮਰੇ 'ਚ ਲਾ ਦਿੱਤਾ ਹੈ। ਇਹ ਸੁਣ ਕੇ ਚਾਚੀ ਆਖਣ ਲੱਗੀ ਕਿ ਤੂੰ ਸਪਨਾ ਦਾ ਬਿਸਤਰਾ ਵੀ ਮੇਰੇ ਨਾਲ ਹੀ ਲਗਾ ਦੇ। ਅੱਜ ਮੈਂ ਸਪਨਾ ਨਾਲ ਹੀ ਸੌਵਾਂਗੀ। ਮੈਂ ਇਸ ਨਾਲ ਬਹੁਤ ਗੱਲਾਂ ਕਰਨੀਆਂ ਹਨ। ਉਂਝ ਤਾਂ ਮੈਂ ਰੋਜ਼ਾਨਾ ਮਾਂ ਕੋਲ ਸੌਂਦੀ ਸੀ, ਪਰ ਅੱਜ ਖੁਦ ਹੀ ਚਾਚੀ ਕੋਲ ਸੌ ਗਈ। ਮਾਂ ਆਪਣੇ ਕਮਰੇ ਸੌਣ ਲਈ ਚਲੀ ਗਈ। ਪੈਣ ਤੋਂ ਬਾਅਦ ਚਾਚੀ ਮੇਰੇ ਨਾਲ ਗੱਲਾਂ ਕਰਨ ਲੱਗੀ। ਗੱਲਾਂ ਕਰਦੇ ਕਰਦੇ ਅਚਾਨਕ ਉਹ ਉੱਠੀ ਤੇ ਆਪਣਾ ਬੈਗ ਖੋਲ੍ਹਿਆ ਤੇ ਉਹਨਾਂ ਨੇ ਮੈਨੂੰ ਆਪਣੇ ਬੈਗ 'ਚੋਂ ਮਿਠਾਈ ਕੱਢ ਕੇ ਦਿੱਤੀ, ਜੋ ਮੈਂ ਖੁਸ਼ੀ-ਖੁਸ਼ੀ ਉਹਨਾਂ ਤੋਂ ਲੈ ਲਈ ਤੇ ਖਾਣ ਲੱਗੀ। ਖਾਂਦੇ ਖਾਂਦੇ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਵੀ ਖਾਓ, ਪਰ ਉਹਨਾਂ ਨੇ ਮਨਾ ਕਰ ਦਿੱਤਾ। ਉਹ ਮਿਠਾਈ ਖਾਂਦੇ ਹੀ ਮੈਨੂੰ ਨੀਂਦ ਆ ਗਈ, ਜਦੋਂ ਕਿ ਅਜੇ ਮੇਰਾ ਸੌਣ ਦਾ ਕੋਈ ਇਰਾਦਾ ਨਹੀਂ ਸੀ। ਸਵੇਰੇ ਉੱਠ ਕੇ ਚਾਚੀ ਨੇ ਨਾਸ਼ਤਾ ਕੀਤਾ ਤੇ ਕਹਿਣ ਲੱਗੀ ਕਿ ਹੁਣ ਮੈਂ ਚੱਲਦੀ ਹਾਂ। ਮਾਂ ਤੇ ਮੈਂ ਉਹਨਾਂ ਨੂੰ ਬਹੁਤ ਰੋਕਿਆ, ਪਰ ਉਹ ਨਾ ਰੁਕੀ। ਉਹਨਾਂ ਦੇ ਜਾਣ ਤੋਂ ਬਾਅਦ ਮਾਂ ਨੇ ਮੈਨੂੰ ਆਖਿਆ ਕਿ ਐਵੇਂ ਇੰਨਾ ਝੰਜਟ ਕੀਤਾ, ਤੇਰੀ ਚਾਚੀ ਨੇ ਤਾਂ ਕੋਈ ਵੀ ਰਿਸ਼ਤੇ ਦੀ ਗੱਲ ਨਹੀਂ ਕੀਤੀ। ਮੈਂ ਕਿਹਾ ਕਿ ਕੋਈ ਗੱਲ ਨਹੀਂ ਮਾਂ, ਸ਼ਾਇਦ ਉਹ ਅਗਲੀ ਵਾਰ ਕੋਈ ਰਿਸ਼ਤੇ ਦੀ ਗੱਲ ਕਰੇ। ਮਾਂ ਨੇ ਕਿਹਾ ਕਿ ਉਹ ਕੋਈ ਇਸ਼ਾਰਾ ਹੀ ਦੇ ਕੇ ਚਲੀ ਜਾਂਦੀ ਤਾਂ ਕਿ ਅਸੀਂ ਵੀ ਕੁਝ ਸਮਝ ਜਾਂਦੇ, ਪਰ ਉਹਨਾਂ ਨੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਮੈਂ ਕਿਹਾ ਕਿ ਉਹਨਾਂ ਨੇ ਕਿਹਾ ਹੈ ਕਿ ਉਹ ਜਲਦੀ ਵਾਪਸ ਆਵੇਗੀ। ਲਗਭਗ 1 ਮਹੀਨੇ ਬਾਅਦ ਫਿਰ ਤੋਂ ਚਾਚੀ ਸਾਡੇ ਘਰ ਆਈ। ਆਉਣ ਤੋਂ ਪਹਿਲਾਂ ਉਹਨਾਂ ਨੇ ਪੈਸੇ ਭੇਜ ਦਿੱਤੇ ਤੇ ਕਿਹਾ ਕਿ ਸਪਨਾ ਨੂੰ ਚੰਗੇ ਜਿਹੇ ਪਾਰਲਰ ਤੋਂ ਤਿਆਰ ਕਰਵਾ ਦੇਣਾ ਤੇ ਚੰਗਾ ਜੋੜਾ ਪਵਾ ਦੇਣਾ। ਮਾਂ ਨੇ ਇਸ ਤਰ੍ਹਾਂ ਹੀ ਕੀਤਾ। ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਵਾਰ ਚਾਚੀ ਮੇਰੇ ਲਈ ਕੋਈ ਨਾ ਕੋਈ ਰਿਸ਼ਤਾ ਲੈ ਕੇ ਜ਼ਰੂਰ ਆਵੇਗੀ। ਮੈਂ ਮਾਂ ਤੋਂ ਪੈਸੇ ਲੈ ਕੇ ਪਾਰਲਰ ਚਲੀ ਗਈ। ਜਦੋਂ ਵਾਪਸ ਆਈ ਤਾਂ ਚਾਚੀ ਘਰੇ ਬੈਠੀ ਸੀ, ਪਰ ਮੈਂ ਦੇਖਿਆ ਕਿ ਇਸ ਵਾਰ ਵੀ ਉਹ ਇਕੱਲੀ ਹੀ ਬੈਠੀ ਸੀ। ਮੈਂ ਸੋਚਾਂ 'ਚ ਪੈ ਗਈ। ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਪਿੱਛੇ ਕੋਈ ਆ ਰਿਹਾ ਹੋਵੇ। ਮੈਂ ਗੱਲਾਂ ਚਾਚੀ ਤੋਂ ਪੁੱਛਿਆ, ਪਰ ਉਹਨਾਂ ਕਿਹਾ ਕਿ ਉਹ ਇਕੱਲੀ ਹੀ ਆਈ ਹੈ। ਉਹਨਾਂ ਦੀ ਇਹ ਗੱਲ ਸੁਣ ਕੇ ਮਾਂ ਤੇ ਮੈਂ ਦੋਵੇਂ ਹੀ ਹੈਰਾਨ ਹੋ ਗਈਆਂ। ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਕੀ ਹੋ ਰਿਹਾ ਹੈ। ਚਾਚੀ ਨੇ ਇਸ ਵਾਰ ਵੀ ਮੈਨੂੰ ਆਪਣੇ ਨਾਲ ਹੀ ਸਵਾਇਆ ਤੇ ਮੈਨੂੰ ਉਸ ਤਰ੍ਹਾਂ ਹੀ ਮਿਠਾਈ ਖਾਣ ਨੂੰ ਦਿੱਤੀ। ਮੈਂ ਸੋਚਿਆ ਹੋ ਸਕਦਾ ਹੈ ਕਿ ਚਾਚੀ ਇਹ ਸਭ ਕੁਝ ਮੈਨੂੰ ਪਿਆਰ ਦੇਣ ਲਈ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਆਪਣੇ ਕੀਤੇ ਦਾ ਅਹਿਸਾਸ ਹੋ ਗਿਆ ਹੋਵੇ ਤੇ ਜੋ ਉਹਨਾਂ ਨੇ ਬਚਪਨ 'ਚ ਮੇਰੇ ਤੋਂ ਖੋਇਆ ਹੈ, ਚਾਹੁੰਦੀ ਹੋਵੇ ਕਿ ਉਹ ਸਭ ਕੁਝ ਮੈਨੂੰ ਵਾਪਸ ਮਿਲ ਜਾਵੇ। ਇਸ ਲਈ ਉਹ ਮੈਨੂੰ ਤਿਆਰ ਕਰਵਾਉਂਦੀ ਹੈ। ਇਹੀ ਸੋਚ ਕੇ ਮੈਂ ਸਕੂਨ ਨਾਲ ਸੌਂ ਗਈ। ਇਸ ਵਾਰ ਵੀ ਸਵੇਰੇ ਉੱਠਦੇ ਹੀ ਉਹ ਵਾਪਸ ਚਲੀ ਗਈ ਤੇ ਜਲਦ ਆਉਣ ਦਾ ਕਿਹਾ। ਹੁਣ ਤਾਂ ਇਸ ਤਰ੍ਹਾਂ ਹੀ ਹੋਣ ਲੱਗਿਆ। ਮਹੀਨੇ 2 ਮਹੀਨੇ ਬਾਅਦ ਸਾਡੇ ਘਰ ਆ ਜਾਂਦੀ ਤੇ ਆਉਣ ਤੋਂ ਪਹਿਲਾਂ ਮੈਨੂੰ ਤਿਆਰ ਕਰਵਾਉਂਦੀ ਤੇ ਨਵਾਂ ਸੂਟ ਦਵਾਉਂਦੀ। ਰਾਤ ਨੂੰ ਮੇਰੇ ਕੋਲ ਪੈਂਦੀ, ਮਿਠਾਈ ਖਵਾਉਂਦੀ ਤੇ ਸਵੇਰੇ ਹੁੰਦੇ ਹੀ ਨਾਸ਼ਤਾ ਕਰਕੇ ਚਲੀ ਜਾਂਦੀ। ਹੁਣ ਤਾਂ ਸਾਨੂੰ ਉਮੀਦ ਹੀ ਨਹੀਂ ਸੀ ਕਿ ਮੇਰੇ ਲਈ ਕੋਈ ਰਿਸ਼ਤਾ ਲੈ ਕੇ ਆਵੇਗੀ ਤੇ ਅਸੀਂ ਹੁਣ ਇਸ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਇਸ ਵਾਰ ਜਦੋਂ ਮੈਂ ਪਾਰਲਰ 'ਚ ਤਿਆਰ ਹੋਣ ਗਈ ਤਾਂ ਪਾਰਲਰ ਵਾਲੀ ਨੇ ਮੈਨੂੰ ਦੇਖ ਕੇ ਅਜੀਬ ਜਿਹਾ ਮੂੰਹ ਬਣਾ ਲਿਆ ਤੇ ਕਹਿਣ ਲੱਗੀ ਕਿ ਤੂੰ ਇਹ ਕੰਮ ਕਿਉਂ ਕਰਦੀ ਹੈ? ਤੂੰ ਗਲਤ ਕੰਮ ਛੱਡ ਕਿਉਂ ਨਹੀਂ ਦਿੰਦੀ? ਮੈਂ ਹੈਰਾਨੀ ਨਾਲ ਉਸ ਵੱਲ ਦੇਖਦੇ ਹੋਏ ਪੁੱਛਿਆ ਕਿ ਕਿਹੜਾ ਗਲਤ ਕੰਮ? ਤੂੰ ਕਿਸ ਬਾਰੇ ਗੱਲ ਕਰ ਰਹੀ ਹੈ? ਮੈਂ ਸਮਝੀ ਨਹੀਂ। ਉਸਨੇ ਫਿਰ ਕਿਹਾ ਕਿ ਹੁਣ ਵੀ ਤੇਰੇ ਕੋਲ ਸਮਾਂ ਹੈ, ਤੂੰ ਇਹ ਕੰਮ ਛੱਡ ਦੇ, ਨਹੀਂ ਤਾਂ ਤੇਰਾ ਕਿਸੇ ਚੰਗੇ ਘਰ 'ਚ ਵਿਆਹ ਨਹੀਂ ਹੋ ਸਕੇਗਾ। ਮੈਂ ਕਿਹਾ ਕਿ ਤੂੰ ਕੀ ਆਖ ਰਹੀ ਹੈ? ਮੇਰੇ ਕੁਝ ਸਮਝ ਨਹੀਂ ਆ ਰਿਹਾ। ਖੁੱਲ੍ਹ ਕੇ ਦੱਸ ਕਿ ਤੂੰ ਕੀ ਕਹਿਣਾ ਚਾਹੁੰਦੀ ਹੈ। ਪਰ ਉਸਨੇ ਮੈਨੂੰ ਕੁਝ ਨਹੀਂ ਕਿਹਾ ਤੇ ਮੈਨੂੰ ਤਿਆਰ ਕਰ ਦਿੱਤਾ। ਮੈਂ ਤਿਆਰ ਤਾਂ ਹੋ ਗਈ, ਪਰ ਮੇਰੇ ਚਿਹਰੇ ਦਾ ਰੰਗ ਉੱਡ ਗਿਆ ਸੀ। ਮੈਂ ਉਸ ਪਾਰਲਰ ਵਾਲੀ ਦੀ ਗੱਲ ਬਾਰੇ ਸੋਚ ਰਹੀ ਸੀ ਕਿ ਆਖਰ ਉਹ ਕੀ ਕਹਿਣਾ ਚਾਹੁੰਦੀ ਹੈ ਤੇ ਮੈਂ ਅਜਿਹਾ ਕਿਹੜਾ ਗਲਤ ਕੰਮ ਕਰ ਲਿਆ। ਮੈਂ ਤਾਂ ਕਿਸੇ ਨਾਲ ਕੁਝ ਵੀ ਨਹੀਂ ਕੀਤਾ, ਫਿਰ ਉਹ ਕਿਸ ਬਾਰੇ ਗੱਲ ਕਰ ਰਹੀ ਹੈ? ਇਹ ਸੋਚਦੇ ਸੋਚਦੇ ਮੈਂ ਘਰ ਪਹੁੰਚੀ, ਪਰ ਅਜੇ ਚਾਚੀ ਘਰ ਨਹੀਂ ਆਈ ਸੀ। ਮੈਂ ਚਾਚੀ ਬਾਰੇ ਸੋਚਣ ਲੱਗੀ ਕਿ ਉਹ ਕਿਉਂ ਵਾਰ-ਵਾਰ ਸਾਡੇ ਘਰ ਆਉਂਦੀ ਹੈ ਤੇ ਉਹ ਹਰ ਵਾਰ ਇੱਕ ਹੀ ਕੰਮ ਕਰਦੀ ਹੈ। ਕਿ ਉਹ ਮੇਰੇ ਨਾਲ ਕੁਝ ਗਲਤ ਕਰ ਰਹੀ ਹੈ? ਕਿ ਪਾਰਲਰ ਵਾਲੀ ਵੀ ਇਸ ਬਾਰੇ ਵੀ ਹੀ ਗੱਲ ਕਰ ਰਹੀ ਸੀ, ਪਰ ਉਸਨੂੰ ਕਿਵੇਂ ਪਤਾ ਲੱਗਿਆ? ਫਿਰ ਅਚਾਨਕ ਮੇਰੇ ਦਿਮਾਗ 'ਚ ਆਈਡੀਆ ਆਇਆ ਤੇ ਮੈਂ ਆਪਣੀ ਸਹੇਲੀ ਦੇ ਘਰ ਗਈ ਤੇ ਉਸ ਤੋਂ ਉਸਦਾ ਮੋਬਾਈਲ ਲਿਆ। ਉਸਨੇ ਪੁੱਛਿਆ ਕਿ ਮੋਬਾਈਲ ਕਿਉਂ ਚਾਹੀਦਾ ਹੈ, ਤਾਂ ਮੈਂ ਉਸਨੂੰ ਬਹਾਨਾ ਬਣਾ ਦਿੱਤਾ ਕਿ ਮੈਨੂੰ ਕੁਝ ਕੰਮ ਹੈ। ਫਿਰ ਮੈਂ ਉਸਦਾ ਮੋਬਾਈਲ ਲੈ ਕੇ ਘਰ ਆ ਗਈ ਤੇ ਮੋਬਾਈਲ ਦਾ ਕੈਮਰਾ ਔਨ ਕਰਕੇ ਉਸਨੂੰ ਕਮਰੇ 'ਚ ਲਗਾ ਦਿੱਤਾ ਜਿੱਥੇ ਮੈਂ ਤੇ ਚਾਚੀ ਪੈਂਦੀਆਂ ਸੀ। ਹਰ ਵਾਰ ਵਾਂਗ ਉਹੀ ਸਭ ਕੁਝ ਹੋਇਆ। ਸਵੇਰ ਹੁੰਦੇ ਹੀ ਚਾਚੀ ਆਪਣੇ ਘਰ ਜਾਣ ਲਈ ਤਿਆਰ ਹੋਣ ਲੱਗੀ ਤਾਂ ਮੈਂ ਉਹਨਾਂ ਨੂੰ ਰੋਕਿਆ, ਪਰ ਉਹ ਨਾ ਹੀ ਰੁਕੀ।
ਉਹਨਾਂ ਦੇ ਜਾਣ ਤੋਂ ਬਾਅਦ ਮੈਂ ਕਮਰੇ 'ਚ ਗਈ ਤੇ ਮੋਬਾਈਲ 'ਚੋਂ ਉਹ ਵੀਡੀਓ ਕੱਢ ਕੇ ਦੇਖੀ ਜੋ ਰਾਤ ਰਿਕਾਰਡ ਕੀਤੀ ਸੀ। ਉਹ ਵੀਡੀਓ ਦੇਖਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਚਾਚੀ ਮੇਰੇ ਨਾਲ ਅਜਿਹਾ ਕਰ ਸਕਦੀ ਹੈ। ਮੈਂ ਉਹ ਮੋਬਾਈਲ ਲੈ ਕੇ ਪਾਰਲਰ ਵਾਲੀ ਕੋਲ ਚਲੀ ਗਈ ਤੇ ਉਸ ਤੋਂ ਪੁੱਛਿਆ ਕਿ ਤੈਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ। ਉਸਨੇ ਮੈਥੋਂ ਮੋਬਾਈਲ ਲਿਆ ਤੇ ਫੇਸਬੁੱਕ ਖੋਲ੍ਹ ਕੇ ਦਿਖਾਈ ਤੇ ਆਖਣ ਲੱਗੀ ਕਿ ਤੇਰੀ ਚਾਚੀ ਤੇਰੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਫੇਸਬੁੱਕ ਤੇ ਪਾ ਦਿੰਦੀ ਹੈ ਤੇ ਉਹ ਲੋਕਾਂ ਨੂੰ ਤੇਰੀਆਂ ਤਸਵੀਰਾਂ ਭੇਜਦੀ ਹੈ ਜਿਸ ਦੇ ਉਸ ਨੂੰ ਪੈਸੇ ਮਿਲਦੇ ਹਨ ਤੇ ਉਹ ਲੋਕ ਇੱਕ ਵੀਡੀਓ ਬਣਾਉਂਦੇ ਹਨ ਜਿਸ ਤੇ ਉਹ ਐਡਿਟ ਕਰਕੇ ਤੇਰਾ ਚਿਹਰਾ ਲਗਾ ਦਿੰਦੇ ਹਨ। ਤੇਰੀ ਚਾਚੀ ਇੰਨੇ ਦਿਨਾਂ ਤੋਂ ਤੇਰਾ ਇਸਤੇਮਾਲ ਕਰ ਰਹੀ ਸੀ, ਤੇਰੇ ਤੋਂ ਪੈਸੇ ਕਮਾ ਰਹੀ ਸੀ। ਮੈਂ ਆਪਣੀ ਸਹੇਲੀ ਦੇ ਮੋਬਾਈਲ 'ਚੋਂ ਉਹ ਵੀਡੀਓ ਡਿਲੀਟ ਕੀਤੀ ਜਿਸ 'ਚ ਚਾਚੀ ਮੇਰੀਆਂ ਫੋਟੋਆਂ ਖਿੱਚ ਰਹੀ ਸੀ ਤੇ ਮੈਂ ਘਰ ਵਾਪਸ ਆ ਗਈ। ਮੈਂ ਮਾਂ ਨੂੰ ਵੀ ਸਾਰੀ ਸੱਚਾਈ ਦੱਸ ਦਿੱਤੀ। ਇਹ ਸੁਣ ਕੇ ਮਾਂ ਨੂੰ ਝਟਕਾ ਲੱਗਿਆ ਤੇ ਕਹਿਣ ਲੱਗੀ ਕਿ ਮੈਂ ਤਾਂ ਸੋਚ ਰਹੀ ਸੀ ਕਿ ਤੇਰੀ ਚਾਚੀ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ, ਇਸ ਲਈ ਉਹ ਸਾਡੇ ਘਰ ਆਉਂਦੀ ਜਾਂਦੀ ਹੈ, ਤੇਰੇ ਨਾਲ ਇੰਨਾ ਪਿਆਰ ਕਰਦੀ ਹੈ, ਪਰ ਉਹ ਤੇਰੇ ਨਾਲ ਅਜਿਹਾ ਗਲਤ ਕੰਮ ਕਰੇਗੀ ਇਹ ਤਾਂ ਮੈਂ ਸੋਚ ਵੀ ਨਹੀਂ ਸਕਦੀ ਸੀ। ਅਗਲੀ ਵਾਰ ਜਦੋਂ ਚਾਚੀ ਘਰੇ ਆਈ ਤਾਂ ਮੈਂ ਘਰ ਦੇ ਕੱਪੜਿਆਂ 'ਚ ਹੀ ਸੀ। ਚਾਚੀ ਨੇ ਮੈਨੂੰ ਕਿਹਾ ਕਿ ਇਹ ਕੀ ਸੁਪਨਾ, ਤੂੰ ਤਿਆਰ ਕਿਉਂ ਨਹੀਂ ਹੋਈ? ਤਾਂ ਮੈਂ ਚਾਚੀ ਦੇ ਮੂੰਹ 'ਤੇ ਉਸਦੇ ਦਿੱਤੇ ਪੈਸੇ ਮਾਰੇ ਤੇ ਕਿਹਾ ਕਿ ਮੈਨੂੰ ਤੇਰੀ ਸਾਰੀ ਸੱਚਾਈ ਪਤਾ ਲੱਗ ਗਈ ਹੈ। ਜੇਕਰ ਆਪਣੀ ਭਲਾਈ ਚਾਹੁੰਦੀ ਹੈ ਤਾਂ ਅੱਜ ਤੋਂ ਬਾਅਦ ਮੇਰੇ ਘਰ ਕਦਮ ਨਾ ਰੱਖੀ, ਨਹੀਂ ਤਾਂ ਮੈਂ ਤੈਨੂੰ ਪੁਲਿਸ ਹਵਾਲੇ ਕਰ ਦੇਵਾਂਗੀ। ਇਹ ਸੁਣ ਉਹ ਮੈਥੋਂ ਮਾफ़ੀ ਮੰਗਣ ਲੱਗੀ। ਹੁਣ ਮੈਂ ਉਹਨਾਂ ਦੀਆਂ ਗੱਲਾਂ 'ਚ ਆਉਣ ਵਾਲੀ ਨਹੀਂ ਸੀ। ਉਸ ਤੋਂ ਬਾਅਦ ਉਹ ਚਲੀ ਗਈ ਤੇ ਕਦੇ ਵਾਪਸ ਨਹੀਂ ਆਈ। ਮੈਂ ਵੀ ਮਾਂ ਨਾਲ ਸਿਲਾਈ ਸਿੱਖ ਕੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਸਨ। ਹੁਣ ਸਾਡੀ ਜ਼ਿੰਦਗੀ ਚੰਗੀ ਲੰਘ ਰਹੀ ਸੀ। ਸੋ ਦੋਸਤੋ, ਕਦੇ ਵੀ ਕਿਸੇ 'ਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ, ਕਿਉਂਕਿ ਅੱਜ ਕੱਲ੍ਹ ਆਪਣੇ ਹੀ ਆਪਣੇ ਮਤਲਬ ਲਈ ਧੋਖਾ ਦੇਣ ਲੱਗੇ ਦੇਰ ਨਹੀਂ ਲਾਉਂਦੇ। ਖਾਸ ਕਰਕੇ ਉਹ ਲੋਕ ਜੋ ਪਹਿਲਾਂ ਤੁਹਾਨੂੰ ਨਫ਼ਰਤ ਕਰਦੇ ਹੋਣ ਜਾਂ ਗੱਲ ਕਰਨਾ ਪਸੰਦ ਨਾ ਕਰਦੇ ਹੋਣ, ਪਰ ਅਚਾਨਕ ਉਹਨਾਂ 'ਚ ਬਦਲਾਅ ਆ ਜਾਵੇ ਤਾਂ ਅਜਿਹੇ ਲੋਕਾਂ ਤੋਂ ਹਮੇਸ਼ਾ ਚੌਕਸ ਰਹੋ ਤੇ ਅੱਖਾਂ ਬੰਦ ਕਰਕੇ ਉਹਨਾਂ 'ਤੇ ਕਦੇ ਭਰੋਸਾ ਨਾ ਕਰੋ, ਤਾਂ ਕਿ ਤੁਹਾਨੂੰ ਬਾਅਦ 'ਚ ਧੋਖਾ ਮਿਲੇ ਤੇ ਤੁਹਾਡੇ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਾ ਬਚੇ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।